Hello dear students. So ਅੱਜ ਅਸੀਂ ਆਪਣਾ second chapter start ਕਰਾਂਗੇ which is introduction to gas laws. So ਇਸ chapter ਦੇ ਵਿੱਚ ਆਪਾਂ study ਕਰਾਂਗੇ ਕਿ gas laws ਕਿਹੜੇ-ਕਿਹੜੇ ਹਨ। ਆਪਾਂ ਗੈਸ ਦੀ ਇੰਟਰੋਡਕਸ਼ਨ ਲਵਾਂਗੇ ਕਿ ਉਸ ਦੀ ਮੋਲੀਕੂਲਰ ਪ੍ਰੋਪਰਟੀਜ਼ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ, ਇੰਟਰਮੋਲੀਕੂਲਰ ਪ੍ਰੋਪਰਟੀਜ਼ ਕਿਸ ਤਰ੍ਹਾਂ ਹੁੰਦੀਆਂ ਹਨ, ਗੈਸ ਦਾ ਸਟਰਕਚਰ ਕੀ ਹੈ ਅਤੇ ਇਹਨਾਂ ਦੇ ਬੇਸ ਦੇ ਉੱਪਰ ਕੁਝ ਲਾਜ਼ ਬਣੇ ਹੋਏ ਹਨ ਜਿਨ੍ਹਾਂ ਨੂੰ ਆਪਾਂ ਸਟੱਡੀ ਕਰਾਂਗੇ ਕਿ ਉਸ ਜਿਸ ਤਰ੍ਹਾਂ ਬੋਇਲਜ਼ ਲਾਅ, ਚਾਰਲਸ ਲਾਅ, ਗੇ ਲੂਕਸ ਲਾਅ, ਆਈਡੀਅਲ ਗੈਸ, ਰੀਅਲ ਗੈਸ। ਸੋ ਇਹ ਕੁਝ ਟੌਪਿਕਸ ਹਨ ਜਿਹੜੇ ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਾਂਗੇ। ਸੋ ਸਭ ਤੋਂ ਪਹਿਲਾਂ ਸਟਾਰਟ ਕਰਨ ਤੋਂ ਆਪਾਂ ਨੂੰ ਇੱਕ ਗੈਸ ਦੀ ਇੰਟਰੋਡਕਸ਼ਨ ਲੈਣੀ ਹੈ ਕਿ ਗੈਸ ਦਾ ਮੋਲੀਕੂਲਰ ਸਟਰਕਚਰ ਕਿਸ ਤਰ੍ਹਾਂ ਦਾ ਹੁੰਦਾ ਹੈ, ਟੈਂਪਰੇਚਰ ਦਾ ਗੈਸ ਦੇ ਉੱਪਰ ਕੀ ਇਫੈਕਟ ਪੈਂਦਾ ਹੈ। ਸੋ ਇਹ ਕੁਝ ਅੱਜ ਇੱਕ ਇੰਟਰੋਡਕਸ਼ਨ ਲਵਾਂਗੇ ਗੈਸਿਸ ਬਾਰੇ। ਸੋ ਨੈਕਸਟ ਲੈਕਚਰ ਦੇ ਵਿੱਚ ਫਿਰ ਆਪਾਂ ਆਪਣਾ ਫਸਟ ਜਿਹੜਾ ਲਾਅ ਹੈ ਉਹ ਸਟਾਰਟ ਕਰਾਂਗੇ, ਦੈਟ ਇਜ਼ ਬੋਇਲਜ਼ ਲਾਅ। ਠੀਕ, ਸੋ ਸਭ ਤੋਂ ਫਸਟ ਆਪਾਂ ਦੇਖਦੇ ਹਾਂ ਕਿ ਇੱਕ ਗੈਸ ਦਾ ਮੋਲੀਕੂਲਰ ਸਟਰਕਚਰ ਕਿਸ ਤਰ੍ਹਾਂ ਦਾ ਹੁੰਦਾ ਹੈ। ਹਾਊ ਡੂ ਵੀ ਯੂਜ਼ ਦੀ ਕਾਈਨੈਟਿਕ ਮੋਲੀਕੂਲਰ ਥਿਊਰੀ ਟੂ ਐਕਸਪਲੇਨ ਦੀ ਬਿਹੇਵੀਅਰ ਆਫ ਗੈਸ। ਸੋ ਆਪਾਂ ਮੋਲੀਕੂਲਰ ਥਿਊਰੀ ਨਾਲ ਗੈਸ ਦੇ ਬਿਹੇਵੀਅਰ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕਰਨਾ ਹੈ। ਸੋ ਦੋ ਮੇਨ ਫੈਕਟਰ ਆ ਜਿਹੜੇ ਸਟੇਟ ਆਫ ਮੈਟਰ ਗੈਸ ਨੂੰ ਡਿਟਰਮਿਨ ਕਰਦੇ ਆ। ਫਸਟ ਇਜ਼ ਦਾ ਫੋਰਸ ਇੰਟਰਮੋਲੀਕੂਲਰ ਹੋਲਡਿੰਗ ਪਾਰਟੀਕਲਸ ਟੂਗੈਦਰ। ਸੋ ਕੋਈ ਵੀ ਗੈਸ ਆ, ਕੋਈ ਵੀ ਸੋਲਿਡ ਆ, ਕੋਈ ਵੀ ਲਿਕੁਇਡ ਆ, ਉਹਦੇ ਵਿੱਚ ਕੁਝ ਫੋਰਸਿਸ ਹੈਗੀਆਂ ਜਿਹੜੀਆਂ ਪਾਰਟੀਕਲਸ ਜਿਹੜੇ ਉਹਦੇ ਮੋਲੀਕੂਲਰ ਪਾਰਟੀਕਲਸ ਆ, ਜਿਹੜੇ ਉਹਦੇ ਐਟਮਸ ਆ, ਉਹਨਾਂ ਨੂੰ ਕੰਬਾਈਨਡ ਰੱਖਦੀਆਂ। ਸੋ ਇਸ ਫੋਰਸਿਸ ਨੂੰ ਕਹਿੰਦੇ ਆ ਇੰਟਰ ਔਰ ਇੰਟਰਾ ਮੋਲੀਕੂਲਰ ਫੋਰਸਿਸ। ਦੋ ਤਰ੍ਹਾਂ ਦੀ ਫੋਰਸਿਸ ਹੋ ਸਕਦੀਆਂ, ਇੰਟਰ ਔਰ ਇੰਟਰਾ ਮੋਲੀਕੂਲਰ ਫੋਰਸਿਸ। ਕੋਈ ਵੀ ਸੋਲਿਡ, ਗੈਸ ਔਰ ਲਿਕੁਇਡ ਆ, ਇਹਦੇ ਵਿੱਚ ਫੋਰਸਿਸ ਹੁੰਦੀਆਂ ਹੀ। The kinetic energy present, the energy of an object possessed due to its motion of particles। ਇਹ ਆਪਾਂ ਸਟੱਡੀ ਕੀਤਾ ਸੀ ਲਾਸਟ ਚੈਪਟਰ ਦੇ ਵਿੱਚ ਕਿ ਇੰਟਰਨਲ એનર્ਜੀ ਕੀ ਹੁੰਦੀ ਹੈ, ਜਿਹੜੀ ਇੱਕ ਕਿਸੇ ਮਟੀਰੀਅਲ ਦੇ ਵਿੱਚ ਸਟੋਰਡ એનર્ਜੀ ਹੈਗੀ ਹੈ। ਸੋ ਦ ਕਾਈਨੈਟਿਕ એનર્ਜੀ ਪ੍ਰੈਜ਼ੈਂਟ ਕਿਉਂ ਪ੍ਰੈਜ਼ੈਂਟ ਆ ਕਿਸੇ ਮਟੀਰੀਅਲ ਦੇ ਵਿੱਚ ਔਰ ਗੈਸ ਦੇ ਵਿੱਚ ਔਰ ਲਿਕੁਇਡ ਦੇ ਵਿੱਚ, ਕਿਉਂਕਿ ਜਿਹੜੇ ਮੋਲੀਕਿਊਲਸ ਆ ਉਹ ਆਪਸ ਦੇ ਵਿੱਚ ਮੋਸ਼ਨ ਦੇ ਵਿੱਚ ਹੁੰਦੇ ਆ। ਸੋ ਪਾਰਟੀਕਲਸ ਦੇ ਮੋਸ਼ਨ ਦੇ ਕਾਰਨ ਇੱਕ એનર્ਜੀ ਪੋਜ਼ੈਸ ਹੁੰਦੀ ਆ ਉਹਨਾਂ ਦੇ ਵਿੱਚ, ਠੀਕ ਹੈ, ਇਨ ਕਾਈਨੈਟਿਕ એનર્ਜੀ ਦੀ ਫਾਰਮ ਦੇ ਵਿੱਚ, ਇਨ ਮੋਸਟਲੀ ਇਨ ਗੈਸਸ। Kinetic energy tends to pull particle apart, and this is a typical diagram of molecules of three states। ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫਸਟ ਡਾਇਗਰਾਮ ਦੇ ਵਿੱਚ ਜਿਹੜੇ ਮੋਲੀਕਿਊਲਸ ਆ ਉਹ ਬਹੁਤ ਨਜ਼ਦੀਕ ਹੈ, ਇੱਕ ਦੂਸਰੇ ਦੇ ਬਿਲਕੁਲ ਨਜ਼ਦੀਕ ਹੈਗੇ ਆ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਸੋਲਿਡ ਪਾਰਟੀਕਲ, ਠੀਕ ਹੈ। ਸੋ ਜਦੋਂ ਉਹ ਮੋਲੀਕਿਊਲਸ ਦੇ ਵਿੱਚ ਥੋੜ੍ਹਾ ਜਿਹਾ ਗੈਪ ਆ ਜਾਂਦਾ ਆ, ਸੋ ਇਹ ਹੋ ਗਏ ਤੁਹਾਡੇ ਲਿਕੁਇਡ ਪਾਰਟੀਕਲਸ ਔਰ ਲਿਕੁਇਡ ਫਾਰਮ, ਲਿਕੁਇਡ ਸਟੇਟ। ਐਂਡ ਜਦੋਂ ਜਿਹੜੇ ਮੋਲੀਕਿਊਲਸ ਆ ਇੱਕ ਦੂਸਰੇ ਤੋਂ ਕਾਫੀ ਦੂਰ ਚਲ ਗਏ ਡਿਊ ਟੂ ਮੋਸ਼ਨ ਆਫ ਮੋਲੀਕਿਊਲਸ, ਡਿਊ ਟੂ ਮੋਸ਼ਨ ਆਫ ਪਾਰਟੀਕਲਸ, ਜਦੋਂ ਉਹ ਇੱਕ ਦੂਸਰੇ ਤੋਂ ਦੂਰ ਚਲ ਗਏ, ਉਹਨਾਂ ਦੇ ਵਿੱਚ ਕਾਫੀ ਗੈਪ ਆ ਗਿਆ। ਸੋ ਇਸ ਸਟੇਟ ਨੂੰ ਆਪਾਂ ਕਵਾਂਗੇ ਗੈਸ ਸਟੇਟ, ਠੀਕ ਹੈ। ਸੋ ਤਿੰਨ ਮੇਨ ਸਟੇਟਸ ਹੁੰਦੀਆਂ ਹੈ, ਸੋਲਿਡ ਸਟੇਟ, ਲਿਕੁਇਡ ਸਟੇਟ ਐਂਡ ਗੈਸ ਸਟੇਟ। ਇਸ ਤੋਂ ਇਲਾਵਾ ਇੱਕ ਫੋਰਥ ਸਟੇਟ ਵੀ ਐਗਜ਼ਿਸਟ ਕਰਦੀ ਹੈ, ਦੈਟ ਇਜ਼ ਪਲਾਜ਼ਮਾ ਸਟੇਟ। ਉਹ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈਗਾ। ਸੋ ਇਹ ਤਿੰਨ ਮੇਨ ਸਟੇਟਸ ਆ, ਸੋਲਿਡ, ਲਿਕੁਇਡ ਐਂਡ ਗੈਸ ਸਟੇਟ। ਸੋਲਿਡ ਦੇ ਵਿੱਚ ਜਿਹੜੇ ਪਾਰਟੀਕਲਸ ਆ, ਮੋਲੀਕਿਊਲਸ ਆ, ਬਹੁਤ ਟਾਈਟਲੀ ਪੈਕਡ ਹੁੰਦੇ ਆ, ਕੋਈ ਉਹਨਾਂ ਦੇ ਵਿੱਚ ਸਪੇਸ ਨਹੀਂ ਹੁੰਦੀ। ਲਿਕੁਇਡ ਦੇ ਵਿੱਚ ਥੋੜ੍ਹਾ ਜਿਹਾ ਗੈਪ ਹੁੰਦਾ ਹੈ, ਐਂਡ ਗੈਸ ਦੇ ਵਿੱਚ ਜਿਹੜਾ ਗੈਪ ਆ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ। ਸੋ ਇਹ ਹੋ ਗਿਆ ਤੁਹਾਡਾ ਗੈਸ ਸਟੇਟ। ਸੋ ਇਹ ਸੀਗੀਆਂ ਤਿੰਨ ਤਰੀਕੇ ਦੀਆਂ ਸਟੇਟਸ, ਐਂਡ ਇਹ ਸਟੇਟਸ ਦੇ ਅਕੋਰਡਿੰਗ ਮੋਲੀਕਿਊਲਸ ਦਾ ਕੀ ਇਫੈਕਟ ਪੈਂਦਾ ਆ। ਸੋ ਨੈਕਸਟ ਹੈ ਕਾਈਨੈਟਿਕ એનર્ਜੀ, ਸਟੇਟ ਆਫ ਮੈਟਰ ਐਂਡ ਟੈਂਪਰੇਚਰ। ਸੋ ਇੱਕ ਟੈਂਪਰੇਚਰ ਦਾ ਕਿਸੇ ਗੈਸ ਦੇ ਉੱਪਰ, ਕਾਈਨੈਟਿਕ એનર્ਜੀ ਦੇ ਉੱਪਰ ਕੀ ਇਫੈਕਟ ਪੈਂਦਾ ਹੈ। Gases have higher kinetic energy because their particles move a lot more than in solid or liquid। ਸੋ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਸੋਲਿਡ ਪਾਰਟੀਕਲਸ ਆ, ਸੋਲਿਡ ਪਾਰਟੀਕਲਸ ਦੇ ਵਿੱਚ ਜਿਹੜੇ ਮੋਲੀਕਿਊਲਸ ਆ ਉਹ ਬਹੁਤ ਟਾਈਟਲੀ ਪੈਕਡ ਆ। ਸੋ ਇਹ ਬਹੁਤਾ ਹਿੱਲ ਨਹੀਂ ਸਕਦੇ, ਮੂਵ ਨਹੀਂ ਕਰ ਸਕਦੇ, ਸਿਰਫ ਵਾਈਬਰੇਟ ਕਰ ਸਕਦੇ ਆ।
इसी तरह लिक्विड ਦੇ ਵਿੱਚ ਥੋੜਾ ਜਿਹਾ ਵਾਈਬ੍ਰੇਟ ਕਰੂਗੇ, ਥੋੜਾ ਜਿਹਾ ਮੂਵ ਕਰ ਸਕਦੇ ਕਿਉਂਕਿ ਗੈਪ ਹੈਗਾ ਆ। ਬਟ ਇੱਕ ਗੈਸ ਦੇ ਵਿੱਚ ਕਿਉਂਕਿ ਗੈਪ ਬਹੁਤ ਜ਼ਿਆਦਾ ਹੈ, ਇਸ ਕਰਕੇ ਇਹ ਬਹੁਤ ਜ਼ਿਆਦਾ ਇਹ ਮੂਵ ਕਰ ਸਕਦੇ ਆ। ਸੋ ਇਸੇ ਕਾਰਨ ਜਿਹੜੀ ਮੂਵਮੈਂਟ ਹੈਗੀ ਉਹਨੂੰ ਹੀ ਆਪਾਂ ਬੇਸਿਕਲੀ ਕਾਈਨੈਟਿਕ એનર્ਜੀ ਕਹਿੰਦੇ ਹਾਂ। ਸੋ ਗੈਸਿਸ ਦੇ ਵਿੱਚ ਕਿਉਂਕਿ ਪਾਰਟੀਕਲ ਬਹੁਤ ਜ਼ਿਆਦਾ ਮੂਵ ਕਰਦੇ ਆ, ਇਸ ਕਰਕੇ gases have a higher kinetic energy because their particles move a lot more than solid or liquid. So gases ਦੇ ਵਿੱਚ kinetic energy ਬਹੁਤ ਜ਼ਿਆਦਾ ਹੁੰਦੀ ਹੈ। As the temperature increase, their gas particle move faster and thus kinetic energy increase. Similarly ਆਪਾਂ already ਕੀਤਾ ਹੋਇਆ ਕਿ ਜਦੋਂ ਆਪਾਂ ਕਿਸੇ ਗੈਸ ਨੂੰ ਹੀਟ ਪ੍ਰੋਵਾਈਡ ਕਰਾਉਂਦੇ ਹਾਂ, ਸੋ ਜਿਹੜੇ ਉਹਦੇ ਵਿਚਲੇ ਪਾਰਟੀਕਲਸ ਆ ਉਹਨਾਂ ਦੀ ਜਿਹੜੀ ਮੂਵਮੈਂਟ ਉਹ ਬਹੁਤ ਜ਼ਿਆਦਾ ਫਾਸਟ ਹੋ ਜਾਂਦੀ ਆ। ਸੋ ਇਹ ਜਿਹੜੀ ਮੂਵਮੈਂਟ ਫਾਸਟ ਹੋ ਜਾਣੀ ਉਹਦੇ ਕਰਕੇ ਹੀ ਕਿਨੈਟਿਕ એનર્ਜੀ ਇਨਕਰੀਜ਼ ਕਰਦੀ ਆ, ਪਲੱਸ ਇਹਨੂੰ ਇਹ ਜਿਹੜੀ ਇੰਟਰਨਲ એનર્ਜੀ ਆ ਉਹ ਵੀ ਇਸੇ ਕਰਕੇ ਇਨਕਰੀਜ਼ ਕਰਦੀ ਹੈ, ਜਿਹੜਾ ਆਪਾਂ ਲਾਸਟ ਚੈਪਟਰ 'ਚ ਸਟੱਡੀ ਕੀਤਾ ਸੀ। ਸੋ ਜਿਸ ਤਰ੍ਹਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਕਾਈਨੈਟਿਕ એનર્ਜੀ ਇਨਕਰੀਜ਼ ਕਰੇਗੀ। 2 ਪੁਆਇੰਟਸ ਯਾਦ ਰੱਖਣੇ ਸਿੰਪਲ। ਗੈਸਿਸ ਦੀ ਜਿਹੜੀ ਕਾਈਨੈਟਿਕ એનર્ਜੀ ਸਭ ਤੋਂ ਜ਼ਿਆਦਾ ਹੁੰਦੀ ਆ, ਸੋਲਿਡ ਤੇ ਲਿਕੁਇਡ ਤੋਂ ਵੀ ਜ਼ਿਆਦਾ ਹੁੰਦੀ ਆ, ਤੇ ਜਿੰਦਾ ਜਿੰਦਾ ਆਪਾਂ ਗੈਸ ਨੂੰ ਹੀਟ ਅਪ ਕਰਾਂਗੇ ਉਹਦੀ ਕਾਈਨੈਟਿਕ એનર્ਜੀ ਇਨਕਰੀਜ਼ ਕਰੇਗੀ। ਨਾਓ ਕਰੈਕਟਰਿਸਟਿਕਸ ਆਫ ਗੈਸ। ਕੁਛ ਕਰੈਕਟਰਿਸਟਿਕਸ ਆ ਗੈਸਿਸ ਦੇ। ਗੈਸਿਸ ਐਕਸਪੈਂਡ ਟੂ ਫਿਲ ਐਨੀ ਕੰਟੇਨਰ। ਠੀਕ ਹੈ, ਸਾਰਿਆਂ ਨੂੰ ਪਤਾ ਹੀ ਹੈ ਗੈਸਿਸ ਨੂੰ ਆਪਾਂ ਜਿਹੜੀ ਕੰਟੇਨਰ ਦੇ ਵਿੱਚ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਫਿਲ ਕਰੀਏ ਉਹ ਉਸ ਦੀ ਸ਼ੇਪ ਲੈ ਲੈਣਗੀਆਂ, ਐਕਸਪੈਂਡ ਹੋ ਜਾਣਗੀਆਂ। ਗੈਸਿਸ ਆਰ ਫਲੂਇਡ। ठीक है, गैसेस फ्लूइड की तरह ही बिहेव करती हैं, जिहड़ी शेप देना चाहिए जिधर नूं फ्लो करना चाहिए उधर नूं फ्लो हो सकती हैं। गैसेस हैव वेरी लो डेंसिटी। ठीक है, डेंसिटी हुंदी है घनता। ठीक है, सो क्योंकि जिहड़े इहदे विच मॉलीक्यूल्स आ गैसेस दे विच मॉलीक्यूल्स दे विच गैप बहुत ज़्यादा आ, सो इस करके इहदी डेंसिटी घट आ। ठीक है, सो जिन्ने मॉलीक्यूल्स एक दूसरे के करीब होऊगे, सो जिन्ने मॉलीक्यूल्स नज़दीक होणगे एक दूसरे के उन्नी ही डेंसिटी साडी ज़्यादा होएगी। तो गैसिस दे विच क्योंकि मॉलीक्यूल्स दे विच गैप बहुत ज़्यादा आ, सो इस करके इन्हां दी डेंसिटी बहुत घट हुंदी आ गैसिस दी। एक करैक्टरिस्टिक्स आ गैसिस दी। सो नैक्सट तुसीं देख सकदे हो, नैक्सट करैक्टरिस्टिक गैसिस कैन बी कंप्रैस्ड। आपां गैसिस नूं बहुत ज़्यादा कंप्रैस कर सकते हैं। फॉर एग्जाम्पल आपां टायर्स दे विच हवा फिल कराने हैं। ठीक है, सो ਉਹਦੇ ਵਿੱਚ ਜਿਹੜੀ ਹਵਾ ਫਿਲ ਹੁੰਦੀ ਹੈ ਬਹੁਤ ਹਾਈ ਪ੍ਰੈਸ਼ਰ ਤੇ ਹੁੰਦੀ ਹੈ। ਇੱਕ ਤੁਸੀਂ ਮਸ਼ੀਨ ਦੇਖੀ ਹੋਣੀ ਹੈ ਜਿਹਦੇ ਨਾਲ ਆਪਾਂ ਹਵਾ ਫਿਲ ਕਰਦੇ ਹਾਂ ਟਾਇਰਸ ਦੇ ਵਿੱਚ, ਉਹਨੂੰ ਕਹਿੰਦੇ ਆ 에ਅਰ ਕੰਪਰੈਸਰ। ਸੋ 에ਅਰ ਕੰਪਰੈਸਰ ਦਾ ਕੰਮ ਕੀ ਆ, ਉਹ ਹਵਾ ਨੂੰ ਕੰਪਰੈਸ ਕਰਦਾ ਹੈ। ਬੇਸਿਕਲੀ ਆਕਸੀਜਨ ਜਿੰਨੀ ਵੀ ਇਨਵਾਇਰਨਮੈਂਟ ਦੇ ਵਿੱਚ 에ਅਰ ਆ ਉਹਨੂੰ ਕੰਪਰੈਸ ਕਰਦਾ ਹੈ ਤਾਂ ਜੋ ਉਹਦਾ ਪ੍ਰੈਸ਼ਰ ਹਾਈ ਹੋ ਸਕੇ। ਸਿਮਿਲਰਲੀ ਆਪਾਂ ਘਰਾਂ ਦੇ ਵਿੱਚ LPG ਸਿਲੰਡਰ ਯੂਜ਼ ਕਰਦੇ ਹਾਂ, ਉਹਦੇ ਵਿੱਚ ਵੀ ਜਿਹੜੀ LPG ਆ ਉਹਨੂੰ ਹਾਈ ਪ੍ਰੈਸ਼ਰ ਦੇ ਉੱਪਰ ਕੰਪਰੈਸ ਕੀਤਾ ਗਿਆ ਹੁੰਦਾ ਤਾਂ ਜੋ ਉਹ ਇੱਕ ਸਮੋਲ ਕੰਟੇਨਰ ਦੇ ਵਿੱਚ ਆ ਸਕੇ। ਸੋ ਗੈਸਿਸ ਨੂੰ ਬਹੁਤ ਜ਼ਿਆਦਾ ਕੰਪਰੈਸ ਕੀਤਾ ਜਾ ਸਕਦਾ ਹੈ, ਲਿਕੁਇਡਸ ਨੂੰ ਵੀ ਕੀਤਾ ਜਾ ਸਕਦਾ ਹੈ ਐਂਡ ਸੋਲਿਡਸ ਨੂੰ ਵੀ ਕੀਤਾ ਜਾ ਸਕਦਾ। ਬਟ ਜਿਹੜੀ ਗੈਸਿਸ ਦੀ ਕੰਪਰੈਸ਼ਨ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। ਗੈਸ ਨੂੰ ਸਭ ਤੋਂ ਜ਼ਿਆਦਾ ਕੰਪਰੈਸ ਕੀਤਾ ਜਾ ਸਕਦਾ, ਕਿਉਂ? ਕਿਉਂਕਿ ਜਿਹੜਾ ਇਹਨਾਂ ਦਾ ਗੈਪ ਹੈਗਾ ਮੋਲੀਕਿਊਲਸ ਦਾ ਗੈਪ ਹੈਗਾ ਬਹੁਤ ਜ਼ਿਆਦਾ ਹੁੰਦਾ ਹੈ। ਗੈਸਿਸ ਅੰਡਰਗੋ ਡਿਫਿਊਜ਼ਨ ਐਂਡ ਇਫਿਊਜ਼ਨ ਅਕਰੋਸ ਏ ਬੈਰੀਅਰ ਵਿਦ ਸਮਾਲ ਹੋਲਸ। ਠੀਕ ਹੈ, ਸੋ ਇਹ ਸੀਗੇ ਗੈਸਿਸ ਦੇ ਕਰੈਕਟਰਿਸਟਿਕਸ। ਸੋ ਤੁਸੀਂ ਦੇਖ ਸਕਦੇ ਹੋ ਇੱਕ ਕਲੋਜ਼ ਕੰਟੇਨਰ ਦੇ ਵਿੱਚ ਗੈਸ ਫਿਲ ਕੀਤੀ ਹੋਈ ਸੀ, ਤੇ ਜਦੋਂ ਆਪਾਂ ਉਸ ਕੰਟੇਨਰ ਨੂੰ ਓਪਨ ਕਰਦੇ ਹਾਂ ਇਸ ਕੰਟੇਨਰ ਦੇ ਵਿੱਚ ਜਿਹੜਾ ਗੈਸਿਸ ਦਾ ਪ੍ਰੈਸ਼ਰ ਸੀ ਉਹ ਹਾਈ ਸੀ। ਸੋ ਜਦੋਂ ਆਪਾਂ ਉਹਨੂੰ ਓਪਨ ਕਰਾਂਗੇ ਉਹ ਈਜ਼ੀਲੀ ਇਨਵਾਇਰਨਮੈਂਟ ਦੇ ਵਿੱਚ ਡਿਫਿਊਜ਼ ਹੋ ਜਾਏਗੀ। ਠੀਕ ਹੈ, ਸੋ ਨੈਕਸਟ ਹੈ ਕਾਈਨੈਟਿਕ ਮੋਲੀਕੂਲਰ ਥਿਊਰੀ ਆਫ ਆਈਡੀਅਲ ਗੈਸ। ਇੱਕ ਟੌਪਿਕ ਆਏਗਾ ਤੁਹਾਡਾ ਵਟ ਇਜ਼ ਆਈਡੀਅਲ ਗੈਸ। ਸੋ ਆਈਡੀਅਲ ਗੈਸ ਕੀ ਹੈਗੀ, ਜਿਹਦਾ ਕੋਈ ਵੋਲਿਊਮ ਨਾ ਹੋਵੇ। ਠੀਕ ਹੈ, ਲੇਕਿਨ ਇਸ ਤਰ੍ਹਾਂ ਦੀ ਕੋਈ ਗੈਸ ਨਹੀਂ ਹੁੰਦੀ ਜਿਹਦਾ ਕੋਈ ਵੋਲਿਊਮ ਨਾ ਹੋਵੇ। ਪੂਰੇ ਵਰਲਡ ਦੇ ਵਿੱਚ ਕੋਈ ਗੈਸ ਨਹੀਂ ਹੈਗੀ। ਇਹ ਇੱਕ ਸਿਰਫ ਇਮੈਜਨਰੀ ਡੈਫੀਨੇਸ਼ਨ ਹੈ ਕਿ ਇੱਕ ਆਈਡੀਅਲ ਗੈਸ ਦੀ ਕੰਡੀਸ਼ਨਸ ਕੀ ਹੋਣਗੀਆਂ। ਸੋ ਆਈਡੀਅਲ ਗੈਸ ਦੀ ਸਭ ਤੋਂ ਫਸਟ ਕੰਡੀਸ਼ਨ ਕਿ ਉਹਦਾ ਕੋਈ ਵੋਲਿਊਮ ਨਾ ਹੋਵੇ। ਸੈਕਿੰਡ, ਹੈਵ ਇਲਾਸਟਿਕ ਕੋਲੀਜਨ, ਪਾਰਟੀਕਲ ਐਕਸਚੇਂਜ એનર્ਜੀ ਵਿਦ ਈਚ ਅਦਰ ਬਟ total kinetic energy is conserved and are in constant random straight line motion। ठीक है, सो उस गैस का कोई वॉल्यूम ना होवे ते जेड़ा मोशन होवे वो स्ट्रेट लाइन होवे ते कांस्टेंट होवे ते रैंडम होवे। ठीक है,
ਡੋਂਟ ਅਟਰੈਕਟ ਔਰ ਰਿਪੈਲ ਈਚ ਅਦਰ। ਸੋ ਜਿਹੜੇ ਮੋਲੀਕੂਲਸ ਆ ਇੱਕ ਦੂਸਰੇ ਨੂੰ ਅਟਰੈਕਟ ਅਤੇ ਰਿਪੈਲ ਨਾ ਕਰਨ, ਸੋ ਇਹ ਹੁੰਦੀ ਹੈ ਇੱਕ ਆਈਡਲ ਗੈਸ ਦੀ ਕੰਡੀਸ਼ਨ। ਬਟ ਐਕਚੁਅਲ ਕੰਡੀਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਕੋਈ ਗੈਸ ਨਹੀਂ ਹੁੰਦੀ ਜੋ ਆਈਡੀਅਲ ਹੋਵੇ, ਇਹ ਸਿਰਫ ਇੱਕ ਇਮੇਜਨਰੀ ਡੈਫੀਨੇਸ਼ਨ। ਸੋ ਸੈਕਿੰਡ ਇਜ਼ ਰੀਅਲ ਗੈਸ। ਸੋ ਰੀਅਲ ਗੈਸ ਕੀ ਹੈ, ਜਿੰਨੀ ਵੀ ਤਰ੍ਹਾਂ ਦੀ ਆਪਾਂ ਗੈਸਿਸ ਯੂਜ਼ ਕਰਦੇ ਹਾਂ ਆਪਣੇ ਆਲੇ ਦੁਆਲੇ ਸੁਣੀਆਂ ਹੋਈਆਂ ਗੈਸਿਸ, ਫੋਰ ਐਗਜ਼ਾਮਪਲ ਆਕਸੀਜਨ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਐਸੀਟਿਲੀਨ, ਠੀਕ ਹੈ। ਸੋ ਜਿੰਨੀਆਂ ਵੀ ਆਪਾਂ ਗੈਸਿਸ ਆਪਣੇ ਇਨਵਾਇਰਮੈਂਟ 'ਚ ਦੇਖਦੇ ਹਾਂ ਉਹ ਸਾਰੀਆਂ ਰੀਅਲ ਗੈਸਿਸ ਆ, ਠੀਕ ਹੈ। ਉਹਨਾਂ ਦਾ ਕੋਈ ਨਾ ਕੋਈ ਵੋਲਿਊਮ ਹੋਏਗਾ। ਬਟ ਆਈਡਲ ਗੈਸ ਕਿਹੜੀ ਸੀ, ਜਿਹਦਾ ਕੋਈ ਨਾ ਵੋਲਿਊਮ ਨਹੀਂ ਹੈਗਾ। ਸਭ ਤੋਂ ਮੇਨ ਜਿਹੜੀ ਕੰਡੀਸ਼ਨ ਆ ਇਹ ਕਦੀ ਵੀ ਫੁਲਫਿਲ ਨਹੀਂ ਹੋ ਸਕਦੀ ਕਿ ਕੋਈ ਗੈਸ ਇਸ ਤਰ੍ਹਾਂ ਦੀ ਹੋਵੇ ਜਿਹਦਾ ਜ਼ੀਰੋ ਵੋਲਿਊਮ ਹੋਵੇ, ਠੀਕ ਹੈ। ਸੋ ਇਹ ਜਸਟ ਇੱਕ ਇਮੈਜਿਨਰੀ ਡੈਫੀਨੇਸ਼ਨਸ ਆ। ਸੋ what is real gas? Have their own volume, attract each other. Gas behavior in most ideal at low pressure at high temperature, ਠੀਕ ਹੈ। ਸੋ ਜਿਹੜਾ ਰੀਅਲ ਗੈਸ ਹੋਊਗੀ ਉਹਦਾ ਕੋਈ ਨਾ ਕੋਈ ਵੋਲਿਊਮ ਹੋਏਗਾ, ਉਹਦੇ ਜਿਹੜੇ ਪਾਰਟੀਕਲਸ ਆ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ, ਯਾਨੀ ਕਿ ਉਹਨਾਂ ਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਹੋਊਗੀਆਂ, ਇੱਕ ਦੂਸਰੇ ਨਾਲ ਸਟਰਾਈਕ ਕਰੂਗੇ, ਠੀਕ ਹੈ। ਸੋ ਜਿਹੜੀ ਆਈਡੀਅਲ ਗੈਸ ਆ ਉਹਦੇ ਲਈ ਸਾਡਾ ਜਿਹੜਾ ਸਭ ਤੋਂ ਮੇਨ ਪੁਆਇੰਟ ਹੈਗੀ ਐਟ ਲੋ ਪ੍ਰੈਸ਼ਰ ਐਟ ਹਾਈ ਟੈਂਪਰੇਚਰ, ਜਿਹੜਾ ਪ੍ਰੈਸ਼ਰ ਉਹ ਘੱਟ ਹੋਣਾ ਚਾਹੀਦਾ ਤੇ ਟੈਂਪਰੇਚਰ ਹਾਈ ਹੋਣਾ ਚਾਹੀਦਾ। ਵਾਈ? At STP molecules standard temperature pressure, STP means standard temperature pressure, molecules of gas are moving fast and at very far apart, making their intermolecular forces and volumes insignificant. So assumption of an ideal gas are valid under normal temperature condition, but at high pressures gas molecules are pushed closer together and their interaction with each other become more significant due to volume. ਹਾਂਜੀ, ਸੋ ਜਦੋਂ ਆਪਾਂ ਕਿਸੇ ਗੈਸ ਦਾ ਪ੍ਰੈਸ਼ਰ ਹਾਈ ਕਰਾਂਗੇ, ਸੋ ਜਿਹੜੇ ਉਹਦੇ ਮੋਲੀਕਿਊਲਸ ਆ, ਠੀਕ ਆ, ਉਹ ਇੱਕ ਦੂਸਰੇ ਦੇ ਬਹੁਤ ਨਜ਼ਦੀਕ ਆ ਜਾਣਗੇ। ਵੈਸੇ ਜਿਹੜੇ ਮੋਲੀਕਿਊਲਸ ਆ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ, ਬਟ ਜਦੋਂ ਆਪਾਂ ਪ੍ਰੈਸ਼ਰ ਅਪਲਾਈ ਕਰਾਂਗੇ ਸੋ ਉਹਦੇ ਜਿਹੜੇ ਮੋਲੀਕਿਊਲਸ ਆ ਇੱਕ ਦੂਸਰੇ ਦੇ ਨਜ਼ਦੀਕ ਆ ਜਾਣਗੇ, ਠੀਕ ਹੈ। ਐਂਡ ਐਟ ਲੋ ਟੈਂਪਰੇਚਰ ਕੀ ਹੋਏਗਾ, gas molecules move slower due to kinetic energy and intermolecular forces are no longer negligible. ਸੋ ਐਟ ਲੋ ਟੈਂਪਰੇਚਰ ਤੇ ਕਿਉਂਕਿ ਟੈਂਪਰੇਚਰ ਘੱਟ ਆ, ਜਿਹੜੀ ਕਾਈਨੈਟਿਕ ਐਨਰਜੀ ਆ, ਕਾਈਨੈਟਿਕ ਐਨਰਜੀ ਕਿਤੇ ਡਿਪੈਂਡ ਕਰਦੀ ਆ ਮੋਲੀਕਿਊਲਸ ਦੀ ਮੂਵਮੈਂਟ ਤੇ। ਸੋ ਜਿੰਨੀ ਜ਼ਿਆਦਾ ਟੈਂਪਰੇਚਰ ਜ਼ਿਆਦਾ ਹੋਏਗਾ ਉਨੇ ਮੋਲੀਕਿਊਲਸ ਮੂਵ ਕਰਨਗੇ, ਜਿੰਨਾ ਟੈਂਪਰੇਚਰ ਘੱਟ ਹੋਏਗਾ ਮੋਲੀਕਿਊਲਸ ਘੱਟ ਮੂਵ ਕਰਨਗੇ, ਠੀਕ ਹੈ। ਸੋ ਇਹ ਸੀਗਾ ਤੁਹਾਡਾ ਅੱਜ ਦਾ ਲੈਕਚਰ, ਜਿਹਦੇ ਵਿੱਚ ਆਪਾਂ ਸਟੱਡੀ ਕੀਤਾ real gases, ideal gases, some characteristics of gases, and ideal gas, real gas, characteristics of gas, state of matter and types of state, ਠੀਕ ਹੈ। ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਥੋੜ੍ਹਾ ਜਿਹਾ ਟੈਂਪਰੇਚਰ ਬਾਰੇ, ਇੱਕ ਸਟੱਡੀ ਕਰਾਂਗੇ ਵਟ ਇਜ਼ ਟੈਂਪਰੇਚਰ, ਕਿੰਨੀ ਆਪਾਂ ਟੈਂਪਰੇਚਰ ਨੂੰ ਕਿਸ ਤਰ੍ਹਾਂ ਮੇਜਰ ਕਰ ਸਕਦੇ ਹਾਂ, ਲਾਈਕ ਕੈਲਵਿਨ, ਠੀਕ ਹੈ, ਸੈਂਟੀਗ੍ਰੇਡਸ। ਸੋ ਕਿਸ ਤਰ੍ਹਾਂ ਮੇਜਰ ਕਰ ਸਕਦੇ ਹਾਂ ਟੈਂਪਰੇਚਰ ਨੂੰ। ਐਂਡ ਉਸ ਤੋਂ ਬਾਅਦ ਫਿਰ ਆਪਾਂ ਸਟੱਡੀ ਕਰਾਂਗੇ ਸਾਡਾ ਫਸਟ ਲਾਅ, ਦੈਟ ਇਜ਼ ਬੋਇਲਸ ਲਾਅ, ਠੀਕ ਹੈ। ਟੋਟਲ ਜਿਹੜੇ 4 ਲਾਅਜ਼ ਨੇ ਤੁਹਾਡੇ ਸਿਲੇਬਸ ਦੇ ਵਿੱਚ, ਬੋਇਲਸ ਲਾਅ, ਚਾਰਲਸ ਲਾਅ, ਗੇ ਲੂਕਸ ਲਾਅ ਐਂਡ ਆਈਡਲ ਗੈਸ ਲਾਅ। ਉਹ ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੋਇਆ ਆਪਣੇ ਡਾਊਟਸ ਨੋਟ ਡਾਊਨ ਕਰ ਲੈਣੇ ਨੇ, ਅਤੇ ਜਦੋਂ ਆਪਾਂ ਜ਼ੂਮ 'ਤੇ ਔਨਲਾਈਨ ਮੀਟਿੰਗ ਕਰਨੀ ਆ ਅਤੇ ਆਪਣੇ ਡਾਊਟਸ ਕਲੀਅਰ ਕਰ ਲੈਣੇ। ਥੈਂਕ ਯੂ।